ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੁਬਾਰਾ ਵਿਚਾਰ ਸ਼ੁਰੂ ਕਰ ਰਹੇ ਹਾਂ। ਪਹਿਲਾਂ ਆਪਾਂ ਲਿਖ ਲਈਏ ਇੱਕ ਓੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਹਾਂਜੀ ਖਿਮਾ ਕਰਨਾ ਨਿਰਭਉ ਨਿਰਵੈਰ ਅਕਾਲ ਮੂਰਤਿ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਦੋ ਡੰਡੇ ਇੱਥੇ ਲਿਖਿਆ ਹੁੰਦਾ ਹੈ ਜਪ, ਫਿਰ ਹੈ ਆਦਿ ਸੱਚ ਜੁਗਾਦਿ ਸੱਚ ਬਾਅਦ ਚ ਦੋ ਡੰਡੇ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਵਾਰੀ ਦੁਬਾਰਾ ਦਾਸ ਦੁਹਰਾ ਲਵੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅੱਜ ਦੀ ਜਿਹੜੀ ਵਿਚਾਰ ਹੈ ਉਹ ਇਹਨਾਂ ਤਿੰਨਾਂ ਦੇ ਉੱਤੇ ਹੈ। ਇਹਦੇ ਪਿੱਛੇ ਏਕਾ ਲਾਇਆ ਹੋਇਆ ਤੇ ਇਸ ਉੱਤੇ ਵਿਚਾਰ ਹੈ ਨੰਬਰ 1 ਨੰਬਰ 2 ਵਿਚਾਰ ਜਿਹੜੀ ਹੈ ਇਸ ਜਪ ਨਾਲ ਜੁੜੀ ਹੈ ਤੇ ਨੰਬਰ 3 ਦੀ ਵਿਚਾਰ ਜਿਹੜੀ ਹੈ ਉਹ ਇਸ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹਦੇ ਤੱਕ ਕਰਨੀ ਹੈ।
ਤੇ ਜਿਹੜੀ ਗੱਲ ਇਹ ਹੈ ਕਿ ਦਾਸ ਨੇ ਜਿੰਨਾ ਕੁ ਪੜ੍ਹਿਆ, ਵਿਦਵਾਨਾਂ ਨੇ, ਪ੍ਰਚਾਰਕਾਂ ਨੇ, ਖੋਜੀਆਂ ਨੇ ਜਿੰਨਾ ਕੁ ਇਹਦੇ ਬਾਰੇ ਲਿਖਿਆ, ਤੇ ਉੱਥੋਂ ਜਿੰਨਾ ਕੁ ਮੈਨੂੰ ਮਿਲਿਆ ਮੈਂ ਆਪ ਜੀ ਨਾਲ ਸਾਂਝ ਕਰਨ ਲੱਗਾ। ਤੇ ਮੂਲ ਮੰਤਰ ਉੱਤੇ, ਇਹਦੇ ਇੱਕ ਇੱਕ ਅੱਖਰ ਉੱਤੇ ਜੋ ਗੁਰੂ ਨੇ ਅਰਥ ਬਖਸ਼ੇ, ਉਹ ਆਪਾਂ ਕਾਫੀ ਲੰਮੀ ਚੌੜੀ ਵਿਚਾਰ ਕਰ ਚੁੱਕੇ ਹਾਂ। ਗੁਰਪ੍ਰਸਾਦ ਤੱਕ ਜੋ ਅਰਥ ਨੇ ਉਹ ਆਪਾਂ ਕਰ ਚੁੱਕੇ ਹਾਂ, ਪਰ ਕੁਝ ਅਜੇ ਵੀ ਵਿਚਾਰਾਂ ਬਾਕੀ ਨੇ ਜੋ ਇਸ ਬਾਣੀ ਦੇ ਸੰਬੰਧੀ ਕਰਨੀਆਂ ਬਾਕੀ ਨੇ। ਤੇ ਤਕਰੀਬਨ ਕਾਫੀ ਸਮਾਂ ਗੁਰੂ ਦੀ ਕਿਰਪਾ ਦੇ ਨਾਲ ਮਤਲਬ ਇਸ ਹਫ਼ਤੇ ਲਾਇਆ, ਜਿਹਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਜੋ ਮਿਲਿਆ ਮੈਂ ਆਪ ਜੀ ਨਾਲ ਸਾਂਝ ਕਰਨ ਲੱਗਾ। ਦਾਸ ਇੱਕ ਵਾਰੀ ਦੁਬਾਰਾ ਸ਼ੁਰੂ ਕਰਨ ਲੱਗਾ ਇੱਥੋਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਦਾਸ ਸ਼ੁਰੂ ਤੋਂ ਇਹ ਗੱਲ ਕਹੇਗਾ ਕਿ ਜਿਸ ਪੋਥੀ ਤੋਂ ਦਾਸ ਨੇ ਇਸ ਹਫ਼ਤੇ ਸਹਾਰਾ ਲਿਆ ਹੈ, ਉਸ ਪੋਥੀ ਦਾ ਨਾਮ ਸ਼ਬਦਾਰਥ ਹੈ। ਸ਼ਬਦਾਰਥ ਜਿਹਦੇ ਬਾਰੇ ਅੱਗੇ ਦਾਸ ਜ਼ਿਕਰ ਕਰੇਗਾ, ਇਹ ਪੋਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਹੈ। ਇਸ ਪੋਥੀ ਦੇ 4 ਭਾਗ ਨੇ। ਮੈਂ ਅੱਗੇ ਆਪ ਜੀ ਨਾਲ ਫਿਰ ਸਾਂਝ ਕਰਾਂਗਾ। ਮੈਂ ਹੁਣੇ ਕੈਮਰੇ ਦੇ ਸਾਹਮਣੇ, ਆਪ ਜੀ ਦੇ ਸਾਹਮਣੇ ਇਸ ਮੂਲ ਮੰਤਰ ਨੂੰ 2 ਪੰਕਤੀਆਂ ਵਿੱਚ ਦਾਸ ਕਰਨ ਲੱਗਾ। ਦਾਸ ਨੇ ਇਹ ਗੱਲ ਵੈਸੇ ਤਾਂ 3-4 ਦਿਨਾਂ ਤੋਂ ਖਿਆਲ ਵਿੱਚ ਕੀਤੀ ਹੋਈ ਸੀ, ਤੇ ਅੱਜ ਸਵੇਰੇ ਵੀ ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਦੇਖਿਆ ਉਸ ਪੋਥੀ ਵਿੱਚ। ਤੇ ਹੁਣ ਆਪ ਜੀ ਦੇ ਕੋਲ ਆਉਣ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਾਸ ਗਿਆ ਸੀ, ਤੇ ਸਿਰਫ ਇੰਨੀ ਗੱਲ ਹੀ ਇੱਥੇ ਮੈਂ ਹੁਣ ਇਹਨੂੰ 2 ਲਾਈਨਾਂ 'ਚ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਜਿੰਨੀ ਵਾਰੀ ਵੀ ਲਿਖਿਆ ਮਿਲਿਆ ਹੈ, ਉਹ 2 ਲਾਈਨਾਂ 'ਚ ਲਿਖਿਆ ਹੋਇਆ ਮਿਲਿਆ। ਤੇ ਮੇਰੇ ਮਨ 'ਚ ਇੱਕ ਸ਼ੌਂਕ ਜਿਹਾ ਹੈ ਕਿ ਜਿੰਨਾ ਵੀ ਅਸੀਂ ਉਸ ਲਿਖਤ ਜਾਂ ਸਰੂਪ ਦੇ ਨੇੜੇ ਰਹਾਂਗੇ, ਤੇ ਜੇ ਮੰਨ ਲਓ ਜੇ ਗੁਰੂ ਜੀ ਨੇ 2 ਲਾਈਨਾਂ 'ਚ ਲਿਖਿਆ ਹੋਇਆ ਤੇ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਵੀ 2 'ਚ ਲਿਖ ਦਿੱਤਾ, ਮੈਂ ਸਮਝਦਾ ਵਾਂ ਵੀ ਇਹ ਚਲੋ ਇੱਕ ਭਲੀ ਗੱਲ ਹੈ। ਤਾਂ ਇਹ ਸਿਰਫ ਆਪ ਜੀ ਦੇ ਧਿਆਨ ਗੋਚਰਾ ਹੈ ਕਿ ਸਾਰੀ ਥਾਵਾਂ ਤੇ ਜੋ ਇਹ ਮੂਲ ਮੰਤਰ ਦਾ ਸਰੂਪ ਹੈ ਇਹ ਇਸ ਤਰ੍ਹਾਂ ਲਿਖਿਆ ਹੋਇਆ। ਔਰ ਮੇਰੀ ਜ਼ਿੰਦਗੀ ਵਿੱਚ ਵੀ ਤੁਸੀਂ ਕਹਿ ਲਓ ਕਿ ਇੰਨੇ ਸਾਲਾਂ ਵਿੱਚ ਮੈਨੂੰ ਪਹਿਲੀ ਵਾਰੀ ਇਸ ਤਰ੍ਹਾਂ ਪਤਾ ਲੱਗਾ ਹੈ ਕਿ ਉਹ 'ਚ ਸਿੱਧਾ ਇੱਕ ਪੰਕਤੀ ਦੇ ਵਿੱਚ ਨਹੀਂ ਲਿਖਿਆ ਹੋਇਆ। ਤੇ ਅਜੇ ਇਹ ਗੱਲ ਪੂਰੀ ਨਹੀਂ ਮੈਂ ਕਹਿ ਸਕਦਾ, ਪਰ ਮੈਨੂੰ ਇੰਜ ਲੱਗਾ ਕਿ ਇਹ ਪੰਨੇ ਦੇ
सज्जे पासे उत्ते लिखिया जाता है। जो पेज पन्ना है उहदे विचकार नहीं लिखिया जाता। उस समय की कोई रीत होवेगी, पन्ने दे सज्जे पासे जिवें दास ने थोड़ा जिहा रखिया होया है सज्जे पासे, इस तरह मोटे अखरां 'च लिखिया जाता है। तो पहली पंक्ति जिहड़ी आ वो निर्वैर तक हुंदी है, ते दूसरी पंक्ति 'च अकाल मूरत अजूनी सैभंग गुरप्रसाद इस तरह कीता जाता है। ते साडा बहुत सारा समा जिवें अज भी तुहाडा दोबारा लग रहा है, मेरा बहुत सारा समा लगा है और पूरे पंथ दा लग रहा है। कुछ गल्लां बड़ियां सीधियां जिहियां सन ते वो एक किस्म दियां सर्ब प्रवानत भी ने, पर समा पा के एक बड़ी लंबी कहानी है कि असी उन्हां नूं नहीं मन रहे। बहुत सारियां गल्लां जिहड़ियां ने गुरबाणी विचों सारे नहीं मन रहे। कुछ गल्लां ऐसियां ने कि गुरबाणी विच जो लिखियां ने वो सारे ही नहीं मन रहे। कुछ ऐसियां ने कि जिन्हां नूं पंथ मनदा है ते जिहड़े बाकी दे वीर ने खास तौर ते डेरियां नाल संबंधित वो नहीं मनदे। ते उन्हां विचों एक गल है ये जिहड़ी मूल मंत्र वाली। मैं इहदे विच ना कोई बहस करनी है ते ना ही कोई किसी दे खिलाफ या हक विच वधा चढ़ा के कोई फालतू गल करनी है। तां पिछे आपां गल कर चुके सी कि इहदा नाम जिहड़ा मूल मंत्र रखिया है वो आपां जां विद्वानां वीरां ने रखिया होया है। गुरु ग्रंथ साहिब जी ने किधरे ऐसा नहीं लिखिया। ते ये विद्वानां ने मूल मंत्र इहदी महानता नूं ते इहदे विच जो लिखिया होया उस उपदेश नूं समझ के ये लिखिया होया। ते मैं इत्थे अज उन्हां विद्वान वीरां दे खोजियां दे नाम दे रहा जिन्हां ने इस बाणी नूं मूल मंत्र आख्या है। ये जो एक ओंकार सतनाम करता पुरख निरभव निर्वैर अकाल मूरत अजूनी सैभंग गुरप्रसाद, बाद विच दो डंडे ने। इस महान बाणी नूं तकरीबन सारे ही विद्वान मूल मंत्र आखदे हन। उन्हां विचों सिर्फ थोड़े जहे नाम अगे लिखे जाते ने। नंबर 1 ते ऊड़ा, इत्थे दास जिक्र कर रहा है, मोटे अखरां 'च लिखिया होया है महान कोश। अज इन्हां दे बारे भी थोड़ा जिहा दास कह देवेगा। महान कोश जिहड़ा है ये 1912 ईस्वी तो लैके 1926 ईस्वी तक लिखिया गया है। ते इहदे उत्ते लिखण विच 14 साल उस वीर नूं लगे। इस ग्रंथ दे विच 70,000 दे करीब शब्द हैं ते ये 1930 विच पहली बार छपिया सी। ते अज तक दे जिन्ने विद्वान गुरबाणी संबंधी होए ने जां जिन्ने हुण तक दे लखारी ने जां जिन्ने बुलारे होए ने इस वेले भी, उन्हां लई सारियां तो मुੱਢ मूल ग्रंथ है। एक स्रोत ग्रंथ है जिहदे विचों सानू बहुत समगरी जिहड़ी है वो मिलती है। और इस वीर दा नाम है, इहदे ग्रंथ दे करता ने भाई कान सिंह नाभा।
ਇਸ ਨੇ ਵੀਰ ਨੇ ਹੋਰ ਵੀ ਗ੍ਰੰਥ ਲਿਖੇ ਨੇ, ਪਰ ਇਹ ਇਹਨਾਂ ਦਾ ਇੱਕ ਸਭ ਤੋਂ ਵੱਡਾ ਮਹਾਨ ਗ੍ਰੰਥ ਹੈ। ਤੇ ਦਾਸ ਬੇਨਤੀ ਕਰੇਗਾ ਕਿ ਜਿਹੜੇ ਵੀ ਗੁਰਬਾਣੀ ਦੇ ਚਾਹਵਾਨ ਨੇ ਉਹ ਇਸ ਗ੍ਰੰਥ ਨੂੰ ਜ਼ਰੂਰ ਪੜ੍ਹਨ। ਔਰ ਮੈਂ ਪਹਿਲਾਂ ਭਾਵੇਂ ਇਹਦਾ ਨਾਮ ਸੁਣਿਆ ਸੀ, ਮੇਰੇ ਪਾਸ ਵੀ ਸੀ, ਪਰ ਮੈਨੂੰ ਇੰਨਾ ਨਹੀਂ ਸੀ ਪੜ੍ਹਦਾ। ਦਾਸ ਇਸ ਗੱਲ ਕਹਿਣ 'ਚ ਕੋਈ ਸੰਕੋਚ ਨਹੀਂ ਕਰੇਗਾ ਤੇ ਕਿ ਹੁਣ 3-4 ਸਾਲਾਂ ਤੋਂ ਦਾਸ ਗੁਰਬਾਣੀ ਦਾ ਹਰ ਲਫ਼ਜ਼ ਇਹਦੇ ਵਿੱਚੋਂ ਜਾ ਕੇ ਵੇਖਦਾ ਹੈ। ਭਾਵੇਂ ਮੇਰੇ ਕੋਲ, ਤੁਹਾਡੇ ਕੋਲ, ਸਾਰਿਆਂ ਕੋਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਲਿਖੇ ਹੋਏ ਅਰਥ ਪਏ ਨੇ, ਉਹਨਾਂ ਅਰਥਾਂ ਤੇ ਦਾਸ ਕੋਈ ਸ਼ੱਕ ਨਹੀਂ ਕਰਦਾ, ਪਰ ਇੱਕ ਇੱਕ ਲਫ਼ਜ਼ ਨੂੰ ਜੜ੍ਹਾਂ ਤੋਂ ਲੈ ਕੇ ਆਉਣਾ, ਉਹ ਕਿਸ ਭਾਸ਼ਾ ਵਿੱਚੋਂ, ਕਿਸ ਰੂਪ ਵਿੱਚੋਂ ਕਿਵੇਂ ਕਿਵੇਂ ਆਇਆ, ਉਹ ਇਸ ਵੀਰ ਨੇ ਕੰਮ ਬਹੁਤ ਜ਼ਿਆਦਾ ਕੀਤਾ ਹੈ। ਤੇ ਮੈਂ ਇਹ ਗ੍ਰੰਥ ਬਾਰੇ ਥੋੜ੍ਹਾ ਜਿਹਾ ਕਹਿ ਦਿੱਤਾ ਹੈ। ਤੇ ਇਹਦੇ ਵਿੱਚ ਜੋ ਮਹਾਨ ਕੋਸ਼ ਦੇ ਵਿੱਚ ਜਿੱਥੇ ਮੂਲ ਮੰਤਰ ਦੇ ਜਾ ਕੇ ਵੇਖਣਾ ਹੋਵੇ ਨਾ, ਮੂਲ ਮੰਤਰ ਕਿਹਨੂੰ ਕਹਿੰਦੇ ਨੇ, ਤਾਂ ਉੱਥੇ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਮੂਲ ਮੰਤਰ ਸਾਰੇ ਮੰਤਰਾਂ ਦੀ ਜੜ ਓੰਕਾਰ। ਨੰਬਰ 2 ਤੇ ਮੂਲ ਮੰਤਰ ਦਾ ਉਹ ਅਰਥ ਕਰਦੇ ਨੇ, ਦਾਸ ਨੇ ਨੰਬਰ 2 ਵੀ ਉਵੇਂ ਪਾਇਆ ਹੋਇਆ। ਇਹ ਜਿਉਂ ਦੀ ਤਿਉਂ ਅੱਖਰ ਉਹਨਾਂ ਦੇ ਨੇ ਕਿ ਸਿੱਖ ਮਤ ਅਨੁਸਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਤਲਬ ਉਸ ਗ੍ਰੰਥ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਜੋ ਆਪਾਂ ਵਾਰ-ਵਾਰ ਹੁਣ ਜਪ ਰਹੇ ਹਾਂ, ਗੁਰ ਪ੍ਰਸਾਦ ਤੱਕ ਇਹ ਮੂਲ ਮੰਤਰ ਹੈ। ਨੰਬਰ 2 ਤੇ ਐੜਾ ਲਿਖਿਆ ਹੋਇਆ ਤੇ ਮੋਟੇ ਅੱਖਰਾਂ ਦੇ ਵਿੱਚ ਇਹ ਨਾਮ ਹੈ ਸ਼ਬਦਾਰਥ। ਇਹਦੇ ਬਾਰੇ ਪ੍ਰਚਾਰਕ ਤੇ ਜਾਣਦੇ ਨੇ, ਪਰ ਆਮ ਸੰਗਤ ਇਹਨੂੰ ਨਹੀਂ ਜਾਣਦੀ। ਸ਼ਬਦਾਰਥ ਅੱਗੇ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 4 ਭਾਗਾਂ ਵਿੱਚ। ਜਿਵੇਂ ਕੀ ਕਹਿੰਦੇ ਨੇ ਕਿ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ, ਜਦ ਤੱਕ ਆਪਾਂ ਖੁਦ ਨਹੀਂ ਪੜ੍ਹਦੇ ਉਦ ਤੱਕ ਬਹੁਤ ਸਾਰੀਆਂ ਗੱਲਾਂ ਇੱਕ ਓਲਾ ਜਿਹਾ ਤੇ ਭੁਲੇਖਾ ਜਿਹਾ ਬਣਿਆ ਰਹਿੰਦਾ। ਮੈਂ ਸੋਚਿਆ ਸੀ ਕਿ ਸ਼ਬਦਾਰਥ ਸ਼੍ਰੋਮਣੀ ਕਮੇਟੀ ਨੇ ਤਿਆਰ ਕਰਵਾਇਆ, ਸੁਣਿਆ ਸੀ ਓਪਰਾ ਤੇ ਮੈਂ ਵੀ ਇਹ ਧਿਆਨ 'ਚ ਇਸ ਤਰ੍ਹਾਂ ਹੀ ਰੱਖਿਆ, ਪਰ ਮੈਂ ਇਹਦੀ ਪੋਥੀ ਨੂੰ ਜਦੋਂ ਪੜ੍ਹਿਆ, ਇਹਦੀ 4 ਹਿੱਸਿਆਂ ਵਿੱਚ ਇਹਦੀਆਂ ਪੋਥੀਆਂ ਨੇ, ਤੇ ਮੈਂ ਉਹਦੇ ਬਾਰੇ ਦੱਸ ਦਿਆਂਗਾ। ਇਹ ਗੱਲਾਂ ਮੈਂ ਅੱਜ ਆਪ ਜੀ ਨਾਲ ਤਾਂ ਸਾਂਝੀਆਂ ਕਰ ਰਿਹਾ ਤਾਂ ਕਿ ਹੋਰ ਭੈਣ ਭਰਾ ਮੇਰੇ ਇਹਦੇ ਤੋਂ ਲਾਭ ਲੈ ਸਕਣ। ਜਿਵੇਂ ਗੁਰਬਾਣੀ ਦਾ ਆਪਾਂ ਪਾਠ ਕਰਦੇ ਹਾਂ ਤੇ 2 ਸੈਂਚੀਆਂ ਤੋਂ ਕਰਦੇ ਹਾਂ ਪਾਠ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ 2 ਹਿੱਸੇ ਹੁੰਦੇ ਨੇ, ਉਹਦੇ ਤੋਂ ਆਪਾਂ ਅਕਸਰ ਕਰਦੇ ਹਾਂ। ਇਹਦਾ ਵਾਧਾ ਕੀ ਹੈ, ਇਹਨਾਂ ਕੀ ਕੀਤਾ ਹੋਇਆ, ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਕਿ ਸ਼ਬਦਾਰਥ ਜਿਹੜਾ ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ਿਤ ਕੀਤਾ ਹੈ, ਪਰ ਲਿਖਵਾਇਆ ਇਹਨੇ ਨਹੀਂ ਹੈ। ਇਹ ਸ਼ਬਦਾਰਥ ਜਿਹੜਾ ਹੈ, ਤੁਸੀਂ ਧਿਆਨ ਨਾਲ ਵੇਖੋਗੇ, 28 ਮਈ 1936 ਈਸਵੀ ਇਹਨੂੰ ਲਿਖਣਾ ਸ਼ੁਰੂ ਕੀਤਾ ਤੇ ਸੰਪੂਰਨਤਾ ਇਹਦੀ ਹੋਈ 15 ਸਤੰਬਰ 1941 ਈਸਵੀ ਨੂੰ। ਮਹਾਨ ਕੋਸ਼ ਤੋਂ ਬਾਅਦ ਦੂਜੇ ਨੰਬਰ ਤੇ ਗੁਰਬਾਣੀ ਸੰਬੰਧੀ ਇਹ ਇੱਕ 4 ਹਿੱਸਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਛਪੀਆਂ ਤੇ ਇਹਨਾਂ ਦੇ ਜਿਹੜੇ ਪਹਿਲੇ ਪ੍ਰਕਾਸ਼ਕ ਨੇ, ਜਿਨ੍ਹਾਂ ਨੇ ਇਹਨੂੰ ਪ੍ਰਕਾਸ਼ਿਤ ਕੀਤਾ, ਉਹਦਾ ਨਾਮ ਹੈ ਗੁਰਸੇਵਕ ਸਭਾ, ਜਿਨ੍ਹਾਂ ਨੇ 1941 ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਕੀਤਾ। ਤੇ ਇਸ ਪੋਥੀ ਦੇ ਜਿਹੜੇ ਕਰਤਾ ਨੇ, ਮੈਂ ਉਹਨਾਂ ਦਾ ਨਾਮ ਬੜੇ ਅਦਬ ਨਾਲ ਕਹਾਂਗਾ,
प्रोफैसर तेजा सिंह MA खालसा कॉलेज अमृतसर 1936 ਤੋਂ ਲੈ ਕੇ 41 ਵਿੱਚ ਲਿਖਿਆ ਗਿਆ। ਉਹਨਾਂ ਦਿਨਾਂ ਵਿੱਚ ਇਹ ਪ੍ਰੋਫੈਸਰ ਸਨ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਤੇਜਾ ਸਿੰਘ। ਨੰਬਰ 2 ਤੇ ਬਾਬਾ ਹਰਕ੍ਰਿਸ਼ਨ ਸਿੰਘ MA ਪ੍ਰਿੰਸੀਪਲ ਗੁਰੂ ਨਾਨਕ ਕਾਲਜ ਗੁਜਰਾਂਵਾਲਾ ਤੇ ਨੰਬਰ 3 ਤੇ ਪ੍ਰੋਫੈਸਰ ਨਾਰਾਇਣ ਸਿੰਘ MA ਗੁਰੂ ਨਾਨਕ ਕਾਲਜ ਗੁਜਰਾਂਵਾਲਾ। ਇਹਨਾਂ ਤਿੰਨ ਵੀਰਾਂ ਨੇ 5 ਸਾਲ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਅਧਿਐਨ ਰੂਪ ਦੇ ਵਿੱਚ ਕੀਤਾ। ਤੇ ਕੀ ਕੀਤਾ ਹੋਇਆ ਮੇਰੇ ਸਾਹਮਣੇ ਪੋਥੀ ਨਹੀਂ ਮੈਂ ਲੈ ਕੇ ਆ ਸਕਿਆ, ਜੀ ਤੇ ਕਰਦਾ ਸੀ ਕਿ ਲੈ ਆਂਦਾ ਤੇ ਵਿਖਾ ਦਿੰਦਾ ਸੰਗਤ ਨੂੰ। ਉਹਦੇ 'ਚ ਕੀ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਪੰਨਾ, ਜਿਵੇਂ ਮੰਨ ਲਓ ਪੰਨਾ 1 ਹੈ, ਤੇ ਇਹਨਾਂ ਨੇ ਆਪਣੀ ਉਸ ਪੋਥੀ ਉੱਤੇ ਮੂਲ ਪੰਨੇ ਦੀ ਸਾਰੀ ਬਾਣੀ ਇੱਕ ਪੰਨੇ ਤੇ ਰੱਖ ਦਿੱਤੀ ਹੈ, ਤੇ ਸੱਜੇ ਪਾਸੇ ਇੱਕ ਕਾਗਜ਼ ਜਿਹੜਾ ਹੈ, ਪੂਰਾ ਪੇਜ ਜਿਹੜਾ ਹੈ, ਉਹਦੇ ਵਿੱਚ ਖੱਬੇ ਪਾਸੇ ਵਾਲੀ ਬਾਣੀ ਦੇ ਅਰਥ ਲਿਖ ਦਿੱਤੇ ਨੇ ਮੋਟੇ ਮੋਟੇ। ਉਹਨਾਂ ਦੇ ਨੰਬਰ ਪਾ ਕੇ 1 2 3 4 ਵੀ ਕਿਹਦਾ ਅਰਥ ਕੀ ਹੈ, ਕਿਹਦਾ ਅਰਥ ਕੀ ਹੈ, ਸੰਖੇਪ ਅੱਖਰੀ ਅਰਥ, ਵਿਆਖਿਆ ਨਹੀਂ, ਅੱਖਰੀ ਅਰਥ ਜਿਹੜੇ ਨੇ ਉਹ ਲਿਖ ਦਿੱਤੇ ਨੇ। ਤੇ ਇਹ 4 ਭਾਗਾਂ ਦੇ ਵਿੱਚ ਉਹਨਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਪੋਥੀਆਂ ਬਣਾ ਕੇ ਇਹਨੂੰ ਪ੍ਰਕਾਸ਼ਿਤ ਕੀਤਾ 1941 ਦੇ ਵਿੱਚ। ਤੇ ਜਦੋਂ 2 ਵਾਰੀ ਪ੍ਰਕਾਸ਼ਿਤ ਹੋ ਚੁੱਕਿਆ ਸੀ ਤੇ ਤੀਜੀ ਵਾਰੀ ਇਹਨੂੰ ਪ੍ਰਕਾਸ਼ਿਤ ਕਰਨ ਦਾ ਜਿਹੜਾ ਕੰਮ ਹੈ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਹੈ। ਉਹ ਸੇਵਕ ਸਭਾ ਦੇ ਗਈ ਹੈ, ਗੁਰਸੇਵਕ ਸਭਾ ਦੇ ਗਈ ਹੈ ਇਹਨਾਂ ਨੂੰ, ਜਾਂ ਇਹਨਾਂ ਨੇ ਆਪ ਲਿਆ, ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ। ਤਾਂ ਇਹ ਸ਼ਬਦਾਰਥ ਜਿਹੜਾ ਹੈ, ਜਿਹੜੇ ਘਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਜਿਹੜੀ ਪੋਥੀ ਹੈ ਬਹੁਤ ਲਾਭਦਾਇਕ ਹੈ। ਤਾਂ ਇਸ ਪੋਥੀ ਦੇ ਸ਼ੁਰੂ ਵਿੱਚ ਲਿਖਦੇ ਨੇ ਇਹ ਵਿਦਵਾਨ ਵੀਰ, ਜਿੱਥੇ ਜਦੋਂ ਸ਼ੁਰੂ ਹੀ ਹੁੰਦਾ ਜਿੱਥੇ ਜਪਜੀ ਸਾਹਿਬ, ਤਾਂ ਉੱਥੇ ਜਦੋਂ ਇਹ ਪਹਿਲਾਂ ਲਿਖਿਆ ਜਾਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਤੱਕ ਉਹ ਖੱਬੇ ਪਾਸੇ ਲਿਖ ਕੇ ਤੇ ਸੱਜੇ ਪਾਸੇ ਉਹ ਇਹਦੇ ਬਾਰੇ ਲਿਖਦੇ ਨੇ, ਇਹ ਵਾਰਤਕ ਰਚਨਾ ਸਿੱਖੀ ਦਾ ਮੂਲ ਮੰਤਰ ਹੈ। ਇਹ ਵਾਰਤਕ ਰਚਨਾ ਸਿੱਖੀ ਦਾ ਮੂਲ ਮੰਤਰ ਹੈ। ਅੱਗੇ ਲਿਖਿਆ ਹੋਇਆ ਹੈ, ਅਰਥਾਤ ਇਸ ਵਿੱਚ ਉਹ ਬੁਨਿਆਦੀ ਗੱਲਾਂ ਹਨ ਦਸੀਆਂ ਹੋਈਆਂ ਹਨ, ਬੁਨਿਆਦੀ ਗੱਲਾਂ ਜਿਨ੍ਹਾਂ ਉੱਤੇ ਸਿੱਖ ਧਰਮ ਦੇ ਨੇਮਾਂ ਦੀ ਨੀਂਹ ਰੱਖੀ ਗਈ ਹੈ। ਬਹੁਤ ਗੂੜੇ ਸ਼ਬਦ ਵਰਤੇ ਨੇ ਉਹਨਾਂ ਨੇ ਕਿ ਇਸ ਵਿੱਚ ਉਹ ਬੁਨਿਆਦੀ ਗੱਲਾਂ ਦਸੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਸਿੱਖ ਧਰਮ ਦੇ ਨੇਮਾਂ ਦੀ ਨੀਂਹ ਰੱਖੀ ਗਈ ਹੈ। ਇਹ ਨੀਂਹ ਵਾਹਿਗੁਰੂ ਦੀ ਹਸਤੀ ਦੀ ਹੈ, ਜਿਸ ਦਾ ਸਰੂਪ ਇਹਨਾਂ ਲਫ਼ਜ਼ਾਂ ਵਿੱਚ ਦਿੱਤਾ ਹੋਇਆ ਹੈ। ਤਾਂ ਇਹ ਵੀਰ 1941 ਤੱਕ ਜਿਨ੍ਹਾਂ ਨੇ ਇਸ ਪਾਠ ਕਰਨ ਵਿੱਚ 5 ਸਾਲ ਲਾਏ ਨੇ, ਔਰ ਪਾਠ ਨਹੀਂ ਕੀਤਾ, ਜਦ ਤੁਸੀਂ ਪੋਥੀ ਵੇਖੋਗੇ ਤੇ ਫਿਰ ਪਤਾ ਲੱਗੇਗਾ ਕਿ ਇਹਨਾਂ ਨੇ ਤਿੰਨਾਂ ਨੇ ਕਿੰਨੀ ਘਾਲਣਾ ਘਾਲ ਕੇ ਤੇ ਉਹਦੇ 'ਚ ਕਿੰਨਾ ਕੁਝ ਖਜ਼ਾਨਾ ਸਾਡੇ ਵਰਗਿਆਂ ਦੇ ਸਮਝਣ ਵਾਸਤੇ ਉਹ ਲਿਖ ਕੇ ਗਏ ਨੇ। ਔਰ ਇਸ ਕੰਮ ਦੇ ਬਦਲੇ ਇਹ ਚੇਤੇ ਰੱਖਣਾ, ਉਹਨਾਂ ਨੂੰ ਕਿਸੇ ਵੱਲੋਂ ਕੁਝ ਨਹੀਂ ਮਿਲਿਆ ਕਿ ਕੋਈ ਤਨਖਾਹ ਮਿਲਦੀ ਸੀ ਜਾਂ ਕੁਝ ਪੈਸਾ ਮਿਲਦਾ ਸੀ। ਤੇ ਮੈਂ ਜੋ ਪਹਿਲਾਂ ਜ਼ਿਕਰ ਕੀਤਾ ਮਹਾਨ ਕੋਸ਼ ਵਾਲੇ ਵੀਰ ਜੀ ਬਾਰੇ, ਉਹਨਾਂ ਵੀ ਜ਼ਿੰਦਗੀ ਜੋ ਇਹਦੇ ਵਿੱਚ ਜਿਹੜੀ ਉਹ ਸੇਵਾ ਕੀਤੀ ਮਹਾਨ ਕੋਸ਼ ਦੀ, ਉਹ ਲਿਖ ਕੇ ਤੇ ਨਿਸ਼ਕਾਮ ਦੇ ਗਏ ਨੇ, ਜਿਹੜਾ ਮਰਜ਼ੀ ਉਹਨੂੰ ਛਾਪੇ। ਐਸਾ ਵੀ ਨਹੀਂ ਕਿ ਮੇਰਾ ਹੁਣ ਪੋਤਰਾ ਹੀ ਛਾਪੇਗਾ ਜਾਂ ਪੜਪੋਤਰਾ ਛਾਪੇਗਾ। ਉਸ ਗ੍ਰੰਥ ਨੂੰ ਕੋਈ ਵੀ ਛਾਪ ਸਕਦਾ, ਇਸ ਕਰਕੇ ਉਹਨੂੰ ਕਈ ਜਣੇ ਅੱਜ ਕੱਲ੍ਹ ਛਾਪ ਰਹੇ ਨੇ। ਤੇ ਇਹਨਾਂ ਤੋਂ ਬਾਅਦ ਮੈਂ ਤੀਜੇ ਨੰਬਰ ਤੇ ਜ਼ਿਕਰ ਕਰਾਂਗਾ ਜਿਨ੍ਹਾਂ ਨੇ ਇਸ ਨੂੰ
मूल मंत्र आख्या वो है सिख रहत मर्यादा। ਇਹਦੇ ਤੇ ਤਿਆਰੀ ਅਤੇ ਲਾਗੂ ਦਾ ਜਿਹੜਾ ਸਮਾਂ ਹੈ ਕੁੱਲ 1926 ਤੋਂ ਲੈ ਕੇ 1945 ਤੱਕ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ 1926 ਤੋਂ ਲੈ ਕੇ 45 ਤੱਕ ਤਿਆਰ ਹੋ ਕੇ ਸਾਹਮਣੇ ਆਈ। ਤਾਂ ਇਹਦੇ ਉੱਤੇ ਮੋਟੇ ਜਿਹੇ ਹਿਸਾਬ ਨਾਲ 19 ਸਾਲ ਲੱਗੇ ਨੇ। इस सिख रहत मर्यादा की प्रकाशक जिहड़ी है धर्म प्रचार कमेटी श्रोमणी गुरुद्वारा प्रबंधक कमेटी श्री अमृतसर। तो उहदे विच जिहड़ा पन्ना 27 है उहदे ते अमृत संस्कार का पाठ शुरू हुंदा है सिख रहत मर्यादा दे। ते अगे पन्ना जदों 29 आंदा है ते उहदा पहरा जिहड़ा है उहदे च मूल मंत्र बारे इंज शब्द लिखे हुए ने सिख रहत मर्यादा उत्ते विच इंज शब्द ने कि उपरंत 5 प्यारे रल के इक्को आवाज़ नाल अमृत छकन वालियां नूं वाहिगुरू दा नाम दस के मूल मंत्र सुनाउण ते उन्हां पासों इस दा रटन कराउण। अगे उन्होंने जो लिखिया होया है कि इसदा वाहिगुरू नाम दस के मूल मंत्र सुनाउण ते रटन कराउण। ते मूल मंत्र उन्होंने लिखिया होया है एक ओंकार सतनाम करता पुरख निरभौ निर्वैर अकाल मूरत अजूनी सैभंग गुर प्रसाद। इस तरह उन्होंने उत्थे इहदा जिक्र किया है। ते हुण दास इत्थे पहुंचिया नंबर 4 ते मोटे अखरां च लिखिया होया है दर्पण। ये दर्पण अगे लिखिया होया है श्री गुरु ग्रंथ साहिब दर्पण। दर्पण मोटे अखरां विच इहदा नाम मशहूर है इन्हां पोथियां दा। अगर गलबात करनी होवे ते भी दर्पण दा टीका लिया जां दर्पण मंगाओ तां एक पोथियां दा नाम मशहूर है। उंज इहदा पूरा नाम है श्री गुरु ग्रंथ साहिब दर्पण। ये 10 पोथियां दे विच है ते ਇਹ ਇੱਕ ਮਾਣ ਦੀ ਗੱਲ ਹੈ कि सिख कौम कोल इहो ਜਿਹੇ प्रचारक होए। इस वीर ने इस टीकाकार का नाम कोई लुकिया छिपिया नहीं है। मैं तो गल कहांगा कि इस वेले पूरे वर्ल्ड के अंदर जेड़ा भी बाणी का अभिलाखी है जे करोड़ा होणगे तो शायद ही कोई सैकड़े जी होण जिन्हां नूं इहदा नाम ना पता होवे जां इहदी पोथी उन्हां दे पास ना होवे। और मैं कदे कदे सोचदा कि सिख धर्म दे विच इस वेले जे कोई पोथी सब तो ज़्यादा लिखी जा रही है जां वंडी जा रही है जां सब तो ज़्यादा जिहड़ा नाम लिया जा रहा है इस दर्पण टीके दा ते जां इहदी करता दा नाम है लिखिया होया है साहिब सिंह। टीकाकार साहिब सिंह अगे डी लिट पाया होया है। डी लिट ये एक डिग्री का संखेप नाम है। ये डिग्री का नाम है पूरा डॉक्टर ऑफ लिटरेचर। और ये डिग्री उन्होंने जाके नहीं लई, ये डिग्री उन्होंने घर बैठे पंजाबी यूनिवर्सिटी पटियाले ने दी है। जदों उन्होंने गुरबाणी उत्ते इन्ना वड्डा एक काम कीता, सेवा कीती, ते फिर उन्होंने उचेचे तौर पर
पंजाबी यूनीवर्सिटी विच बुला के ते इन्हां नूं इस डिग्री नाल सन्मानित किया। ते दास ने उन्हां दी पहली पोथी विच ये जड़ा समा है वो इत्थे लिखिया है, उस च लिखिया होया है कि 1925 तो लैके 1961 ईस्वी तक उस वीर ने जिंदगी दे 36 साल लाए और ਇਹਦੇ दरम्यान विच ਉਹ खालसा कालज ਅੰਮ੍ਰਿਤਸਰ ਦੇ ਵਿੱਚ ਵੀ सेवा करते ਹੁੰਦੇ ਸੀ ਬੱਚਿਆਂ ਨੂੰ ਪੜ੍ਹਾਉਣ ਦੀ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਵੀ ਰੋਟੀ ਰੁਜ਼ਗਾਰ ਲਈ ਉਹ सेवा ਕੰਮ ਕਰਦੇ ਸੀ ਡਿਊਟੀ। ਤੇ मैं इन्हां दा जीवन पढ़िया होया है ते इस टीके नूं जदों तैयार कीता तां उन्हां ने उस समय दी श्रोमणी कमेटी नूं आख्या कि तुसीं टीका लै लवो। ते सिर्फ इस 36 साल दी इस महान मेहनत दे संबंध विच इन्ना आख्या कि मेरा एक बच्चा डॉक्टर बनना चाहुंदा है, तुसी उस डॉक्टर बनने विच ओदी मदद करदे हो। ओदा नाम है डॉक्टर दलजीत सिंह। इस वेले अमृतसर दे विच सब तो वड्डा जिहड़ा हस्पताल है अखां दा, ओदा नाम, ओदा जिहड़ा मालक है उस हस्पताल दा, दास नूं मिल के आया है, ओदा नाम है डॉक्टर दलजीत सिंह। इस वेले अमृतसर वो मौजूद ने ते ओ इन्हां दे बेटे ने। ते उस समय की जिहड़ी कमेटी सी उन्हें इन्नी भी गल ना मन्नी तां आखिरकार ये टीका जिहड़ा है, मेरे को नाम नहीं है ध्यान विच, ते जिहड़े जलंधर तो ने एक मेरे वीर जी, जो नाम तो इंज लगदा भी वो जिहड़े प्रिंटर ने या प्रकाशक ने वो हिंदू परिवार नाल संबंधित ने, पंजाबी होणगे, प्रेमी होणगे। ये टीका फिर उन्होंने छापिया ते जिहड़ा मेरा वीर इस टीके नूं पढ़दा है वो सिर्फ जानदा भी इस व्यक्ति दी किन्नी कु घालना है। कदी वेखना चाहो तो बाबा फरीद जी दे टीकियां दे विच जो टीका कीता श्लोकां दा, उत्थे उन्हें जिक्र कीता है उन्होंने कि एक श्लोक दे अर्थां विच इन्हां नूं 3-4 महीने लग गए। और वो दसदे ने कि जो मैं विद्यार्थियों नूं पढ़ाण गया ते उस वेले एक श्लोक सी ते मैं ये गल आखी विद्यार्थियों नूं कि जिहड़े अर्थ कीते ने वो व्याकरण अनुसार पूरे नहीं टुकदे, जिहड़े मेरे तो पहला अर्थ कीते ने वो व्याकरण अनुसार पूरे नहीं टुकदे ते मैनू इहदे अर्थ आंदे कोई नहीं। ये गल बच्चों विच कहनी, ये व्यक्ति दा तुसी जीवन पढ़ोगे तो इन्ना कुछ सादा जीवन कि शायद एक मिसाल है, जिन्हां ने पूरी जिंदगी किसी कोलों इस टीके दे बदले उस उन्हां परिवार ने जिन्हां ने छापिया उन्होंने की सेवा की, नहीं तो इन्हां ने किसी थां ते इस टीके तो कोई कथा करके या किसी ने कुछ सुना के माया आदक पूरी जिंदगी नहीं ली और सारी जिंदगी उन्होंने इस टीके वास्ते ला दी। और जदों आपां पढ़ांगे तो वेखांगे कि इस व्यक्ति ने किन्नी को मेहनत की और इत्थों तक कि इन्ना पढ़ पढ़ के लिख लिख के फिर दिमाग जिहड़ा सी वो जवाब दे गया, विच कलम खलो भी गई। एक थां ते मैं सुनिया भी कि दिमाग विचों जिवें भाफ नहीं निकलती सिर तो, गिले कपड़े रख रख के ते अपने आप नूं चला चला के ते इस तों लिया ते जिक्र असल च हो रहा सी कि मूल मंत्र बारे। मैं इत्थे होर भी कह दियां, गुरबाणी दियां कई ऐसियां डूंघियां विचारां भी अगर ये वीर जी हिम्मत ना करदे तां शायद अज तक ये गल्लां जिहड़ियां सी
ਉਹ ਲੋਪ ਹੀ ਰਹਿੰਦੀਆਂ, ਜਿਹੜੀਆਂ ਸੱਚਾਈ ਵਾਲੀਆਂ ਸੀ, ਤੇ ਮਨ ਘੜਤ ਗੱਲਾਂ ਜਿਹੜੀਆਂ ਸੀ ਉਹ ਚੱਲਦੀਆਂ ਹੀ ਰਹਿਣੀਆਂ ਸੀ। ਜਿਵੇਂ ਬਹੁਤ ਸਾਰੇ ਡੇਰੇਦਾਰ ਲੋਕਾਂ ਨੇ ਚਲਾਈਆਂ ਹੋਈਆਂ ਨੇ ਕਿ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੂੰ ਭਗਤ ਆਪ ਸੁਣਾ ਕੇ ਗਏ, ਦੂਜੇ ਤੰਬੂ ਵਿੱਚ ਬੈਠੇ ਹੋਏ ਸੀ, ਉੱਥੋਂ ਬੋਲੀ ਗਏ, ਤੇ ਭਾਈ ਗੁਰਦਾਸ ਜੀ ਜਿਹੜੇ ਸੀ ਉਹ ਲਿਖੀ ਗਏ। ਐਸੀਆਂ ਗੱਲਾਂ। ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਥਾਂ ਤੇ ਪੱਤਰੇ ਖਾਲੀ ਛੱਡ ਦਿੱਤੇ ਗੁਰੂ ਅਰਜਨ ਦੇਵ ਜੀ ਨੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਲਿਖੀ ਜਾਣੀ ਸੀ। ਐਸੀਆਂ ਗੱਲਾਂ। ਜਾਂ ਭਗਤ ਨਾਮਦੇਵ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ। ਐਸੀਆਂ ਵਿਚਾਰਾਂ। ਇਸ ਵੀਰ ਨੇ ਉਸ ਸਮੇਂ ਦੀ ਬੜੀ ਵਿਰੋਧਤਾ ਹੋਈ। ਇੱਕ ਵਾਰੀ ਇਹ ਵਿਆਕਰਨ ਉਤੇ ਵਿਚਾਰ ਦੇ ਰਹੇ ਸੀ ਤੇ ਸਟੇਜ ਦੇ ਵਿੱਚੋਂ ਇਹਨਾਂ ਨੂੰ ਰੋਕ ਦਿੱਤਾ ਗਿਆ ਵੀ ਵਿਆਕਰਨ ਇੱਕ ਫਾਲਤੂ ਜੀ ਦੀ ਗੱਲ ਹੈ, ਮੇਰੇ ਕੋਲ ਸਮਾਂ ਨਹੀਂ ਹੈ ਕਿ ਹੋਰ ਜ਼ਿਆਦਾ ਵਿਸਥਾਰ ਕੀਤਾ ਜਾ ਸਕੇ। ਤੇ ਮੈਂ ਅੱਜ ਦੇ ਇਸ ਰਾਹੀਂ ਵਿਚਾਰ ਦੇ ਰਾਹੀਂ ਸਮੂਹ ਭੈਣ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਗੁਰਬਾਣੀ ਦੇ ਖੋਜੀ ਨੇ ਉਹ ਇਸ ਦਰਪਣ ਸਟੀਕ ਨੂੰ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਆਣ। ਇਹ 10 ਪੋਥੀਆਂ ਦੇ ਵਿੱਚ ਹੈ। ਵੈਸੇ ਤਾਂ ਕੋਈ ਐਸਾ ਗੁਰੂ ਘਰ ਜਾਂ ਪ੍ਰਚਾਰਕ ਨਹੀਂ ਜਿਹਨੂੰ ਇਹਦਾ ਨਾਂ ਪਤਾ ਹੋਵੇ, ਤੇ ਫਿਰ ਵੀ ਕਿਸੇ ਨੂੰ ਨਾ ਪਤਾ ਹੋਵੇ ਤਾਂ ਇਹ ਤੁਸੀਂ ਜਿਸ ਮਰਜ਼ੀ ਧਾਰਮਿਕ ਸੰਸਥਾ ਸਥਾਨ ਤੋਂ ਪ੍ਰਾਪਤ ਕਰ ਸਕਦੇ ਹੋ। ਪੂਰੇ ਤੁਸੀਂ ਇੰਡੀਆ ਕਹਿ ਲਓ ਜਾਂ ਵਰਲਡ ਕਹਿ ਲਓ। ਤਾਂ ਇਹਦੇ ਵਿੱਚ 10 ਪੋਥੀਆਂ ਨੇ। ਉਹਨਾਂ ਨੇ ਇੰਨੀ ਕੁ ਕਮਾਲ ਦੀ ਇਹਦੇ ਵਿੱਚ ਵਿਆਖਿਆ ਕੀਤੀ ਹੈ। ਜਦੋਂ ਕੋਈ ਮੇਰਾ ਵੀਰ ਜਿੱਥੇ ਸੱਧ ਸਟੀਕ ਹੈ, ਜਿੱਥੇ ਰਾਮਕਲੀ ਸੱਧ ਹੈ, ਉਸ ਰਾਮਕਲੀ ਸੱਧ ਤੇ ਅਗਰ ਕੋਈ ਮੇਰਾ ਵੀਰ ਚਲਾ ਜਾਵੇ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਵੀਰ ਨੇ ਇੰਨੀ ਕੁ ਮਿਹਨਤ ਕੀਤੀ ਉਸ ਟੀਕੇ ਦੇ ਉੱਤੇ। ਇੱਕ ਪ੍ਰਮਾਣ ਨੂੰ ਸਿੱਧ ਕਰਨ ਵਾਸਤੇ ਇਸ ਵੀਰ ਨੇ ਪ੍ਰਮਾਣਾਂ ਦੀ ਝੜੀ ਲਾ ਦਿੱਤੀ ਹੈ। ਉਹ 'ਚ ਇੱਕ ਸ਼ਬਦ ਹੈ, ਰਾਮਕਲੀ ਸੱਧ ਮੈਂ ਸਾਹਮਣੇ ਲੈ ਆਇਆ। ਇਹਦੇ 'ਚ ਇੱਕ ਸ਼ਬਦ ਹੈ, ਕੇਸੋ ਗੋਪਾਲ ਪੰਡਿਤ ਸੱਦਿਓ। ਇਹਦੇ ਵਿੱਚ ਇੱਕ ਸ਼ਬਦ ਹੈ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇਹਦੀ 5ਵੀਂ ਪੌੜੀ ਹੈ ਇਸ ਬਾਣੀ ਦੀ। ਇਹ ਗੁਰੂ ਅਮਰਦਾਸ ਸਤਿਗੁਰੂ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਦੀ ਬਾਣੀ ਹੈ। ਇਹਦੇ ਵਿੱਚ ਹੈ, ਕੇਸੋ ਗੋਪਾਲ ਪੰਡਿਤ ਸੱਦਿਓ। ਆ ਦੂਜੀ ਪੰਕਤੀ ਹੈ। ਅੰਤੇ ਸਤ ਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇਸ ਇੱਕ ਪੰਕਤੀ ਨੂੰ ਇਹ ਸਿੱਧ ਕਰਨ ਵਾਸਤੇ ਕਿ ਇਹ ਕੇਸੋ ਗੋਪਾਲ ਕੋਈ ਪੰਡਤ ਨਹੀਂ ਹੈ, ਇਸ ਵੀਰ ਨੇ ਤੁਸੀਂ ਵੇਖੋਗੇ ਇੱਕ ਇੱਕ ਅੱਖਰ ਦੇ ਇਹਨਾਂ ਨੇ ਇੰਨੇ ਕੁ ਪ੍ਰਮਾਣ ਦਿੱਤੇ। ਇੱਕ ਲਫ਼ਜ਼ ਨੂੰ ਸਿੱਧ ਕਰਨ ਵਾਸਤੇ ਇਸ ਵੀਰ ਨੇ, ਔਰ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ 'ਚ ਕੰਪਿਊਟਰ ਨਹੀਂ ਹੈ, ਜਿਹੜਾ ਸਿਸਟਮ ਮੇਰੇ ਹੱਥ ਵਿੱਚ ਹੈ, ਉਦੋਂ ਇਹਦਾ ਨਾਮ ਵੀ ਪੈਦਾ ਨਹੀਂ ਸੀ ਹੋਇਆ। ਤੁਸੀਂ ਦੇਖੋ, ਇੱਕ ਲਫ਼ਜ਼ ਨੂੰ ਸਿੱਧ ਕਰਨ ਵਾਸਤੇ, ਆ ਪੰਡਿਤ ਸ਼ਬਦ ਨੂੰ ਸਿੱਧ ਕਰਨ ਵਾਸਤੇ, ਕਿ ਜੇ ਪੰਡਿਤ ਉਹ ਹੁੰਦਾ ਨਾ ਕੇਸੋ ਗੋਪਾਲ, ਕੋਈ ਇੱਕ ਪੰਡਿਤ ਹੁੰਦਾ ਤੇ ਉਹਦਾ ਫਿਰ ਰੂਪ ਪੰਡਿਤ ਦੇ ਤੱਤੇ ਨੂੰ ਔਂਕੜ ਹੋਣਾ ਚਾਹੀਦਾ ਸੀ। ਤੇ ਆ ਵੇਖੋ, ਇਸ ਗੱਲ ਉੱਤੇ ਇਸ ਵੀਰ ਨੇ ਕਿੰਨੇ 24 ਪ੍ਰਮਾਣ 24 ਪੰਕਤੀਆਂ ਵਿੱਚੋਂ ਕੱਢ ਕੇ ਦਿੱਤੇ। ਤੇ ਨਾਲ ਇਹ ਵੀ ਦੱਸਿਆ ਕਿ ਜਿੱਥੇ ਬਹੁਵਚਨ ਹੁੰਦਾ ਹੈ ਉੱਥੇ ਆ ਦੇਖੋ, ਗੁਰਬਾਣੀ ਦੇ ਇਹਨਾਂ ਨੇ ਵਾਹਿਗੁਰੂ 37 ਪ੍ਰਮਾਣ ਦਿੱਤੇ।
और इस व्यक्ति दी इन्नी कु घालना, मैं इस गल ते इस करके जोर दे रहा क्योंकि मेरे हाथ एक ट्रैक्ट आया है जिथे लिखिया होया है कि मूल मंत्र एक ओंकार तो लैके नानक होसी भी सच तक है। और ये भी कोई गल नहीं, उन्हां दी अपनी विचार सी, पर उहदे विच फिर उन्होंने उचेचे तौर ते कि विद्वान वीरो तुसी की कर रहे हो, यूनीवर्सिटियां विच बैठे तुसी की कर रहे हो, तुसी संगतां नूं गुरबाणी नालों तोड़ रहे हो, दिस एंड दैट। मैनू बहुत दुख होया। और उन्हां दा अपना लिखिया होए मूल मंत्र दे अर्थ करी संगतां पढ़नगे ते फिर आपां समझांगे। तां गुरु प्यारिओ, इस वीर ने मतलब मेरे को कोई शब्द नहीं कि जिहदे च मैं ये कह सकां कि इन्हां दी किन्नी को मेहनत है, क्योंकि ये असल च जिहड़ा बंदा कोई काम करदा है, आ तुसीं देखो अजे तक भी ये सारे प्रमाण उस संबंधी ने केवल एक पंक्ति नूं सिद्ध करने वास्ते। आ देखो पढ़े, आ देखो मतलब एक एक लफ्ज उत्ते 32-32 ते 36-36। आ देखो अजे तक उस पंक्ति दे प्रमाण ने। भाव ਇਹਦਾ अर्थ है पाउंदा है। ਇੱਥੇ तक उन्होंने इसे कंप्यूटर दे, और जो पोथी विच वेखोगे तो आप हैरान हो जाएंगे कि उस वीर जी की बहुत मेहनत है। मैं सिर्फ यो ही कहना चाहना कि देखो मैं प्रोफैसर साहब जी ना मेरा कोई परिवारिक रिश्ता नहीं है, कोई पिंड का रिश्ता नहीं है, मैनू पता नहीं। मैं तो सिर्फ इन्हां दी लिखत वेखी, जां पहली बारी उन्हां दे 3 साल पहला उन्हां दे बच्चे नूं मिल के आया, वो भी मैं अखां चैकअप करानियां सी ते बाद च मेरा जी कीता कि मैं उन्हां दे बच्चे नूं वेख के मिल के जावां। ते समा थोड़ा सी मैं ज़्यादा नहीं बैठ सकिया, क्योंकि मेरे मन विच इन्हां वास्ते इन्नी वड्डी थां जिहड़ी बनी है उन्हां दी जिहड़ी है ये मेहनत करके है। ते इस वीर जी ने भी जिहड़ी गल आपां शुरू कीती सी कि अपनी उस पोथी दे विच लिखिया होया है कि ये जिहड़ा है एक ओंकार तो लैके गुरप्रसाद तक ये उपरोक्त गुरसिੱਖੀ दा मूल मंत्र है। इस तों अगां लिखी गई बाणी दा नाम जप है। जप मूल मंत्र दा हिस्सा नहीं, जप बाणी दा नाम है। ते इस तों अगे दास एक होर नाम लवेगा, गुरु ग्रंथ विश्वकोश। मैं ਇਹਦੇ बारे भी आप जी ਨੂੰ थोड़ा जिहा दस देना। दास विस्तार थोड़ा जिहा अजकल तां कर रहा इस गल उत्ते तां कि मेरे होर भैन भरा जिहड़े ने इन्हां ग्रंथां तो लाभ लै सकन। ये गुरु ग्रंथ विश्वकोश जिहड़ा है ये 2 भागां विच छपिया होया ते ਇਹਦੇ ਕਰਤਾ ਦਾ नाम है डॉक्टर रतन सिंह जग्गी। पंजाबी यूनीवर्सिटी ਦੇ मशहूर लिखारी ने, खोजी ने। इन्हां ने 1973 ईस्वी तो बाद 26 सालां विच इस ग्रंथ का आधार जिहड़ा है वो तैयार कीता सी, भाव के इस नूं लिखिया सी ते छपिया बाद विच है, 26 सालां दे विच है। और इस ग्रंथ नूं गुरु ग्रंथ विश्वकोश नूं जिहड़ा प्रकाशित कीता है, नाम तुहाडे सामने है, पब्लिकेशन ब्यूरो पंजाबी यूनीवर्सिटी पटियाला। ते उस ग्रंथ दे मैं जिहड़ी गल कर रहा सी, इहदे विच खासियत की है कि गुरु ग्रंथ साहिब जी दे अंदर जिन्ने भी नां ते थां आए ने उन्हां दे उत्ते इन्हां ने बहुत मेहनत कीती है। मान लो उहदे विच नाम आ गया है, तुसी कह लो पौड़ी, पौड़ी किनू कहिंदे ने। नाम आ गया है राम, राम किनू कहिंदे ने। नाम आ गया है जप, जप किनू कहिंदे ने। नाम आ गया मूल मंत्र,
ਤੇ ਮੂਲ ਮੰਤਰ ਉੱਤੇ ਵੀ ਇਹਨਾਂ ਨੇ ਉਹਦੇ ਵਿੱਚ ਲਿਖਿਆ ਹੋਇਆ। ਇਹਨਾਂ ਦੇ ਸ਼ਬਦ ਨੇ ਇਹ ਪੋਥੀ ਦੂਜੀ ਦੇ ਪੰਨਾ 393 ਤੇ ਉਹ ਇੰਜ ਲਿਖਦੇ ਨੇ, ਹੂ ਬਹੂ ਦਾਸ ਅੱਗੇ ਲਿਖ ਰਿਹਾ ਹੈ, ਮੂਲ ਮੰਤਰ ਜਪ ਜੀ ਦੇ ਆਰੰਭ ਵਿੱਚ, ਮਤਲਬ ਜਿੱਥੋਂ ਜਪ ਆਦ ਸੱਚ ਜੁਗਾਦ ਸੱਚ ਸ਼ੁਰੂ ਹੁੰਦਾ, ਜਪ ਉਸ ਤੋਂ ਪਹਿਲਾਂ ਕਹਿੰਦੇ ਨੇ ਜਪ ਜੀ ਦੇ ਆਰੰਭ ਵਿੱਚ ਮੂਲ ਮੰਤਰ ਲਿਖਿਆ ਹੈ। ਅੱਗੇ ਲਿਖਦੇ ਨੇ, ਇਹ ਜਪ ਜੀ ਦਾ ਕੋਈ ਹਿੱਸਾ ਨਹੀਂ ਸਗੋਂ ਮੰਗਲਾਚਰਨ ਹੈ। ਇਹ ਗੱਲ ਸਮਝਣ ਵਾਲੀ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਇਹੋ ਸ਼ਬਦ ਇਸ ਤਰ੍ਹਾਂ ਦੇ ਵਰਤੇ ਹੋਏ ਨੇ ਕਿ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਇਹ ਇੱਕ ਵਾਰਤਕ ਬਾਣੀ, ਜਿਹਨੂੰ ਆਪਾਂ ਕਹਿੰਦੇ ਆ ਵੀ ਥਾਂ ਥਾਂ ਤੇ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 33 ਵਾਰ ਲਿਖੀ ਹੋਈ ਹੈ ਤੇ ਇੱਕ ਵਾਰੀ ਇਹ ਤਤਕਰੇ ਦੇ ਉੱਤੇ ਲਿਖੀ ਹੋਈ ਹੈ। ਤਾਂ ਬਾਣੀ ਦੇ ਵਿੱਚ 33 ਵਾਰੀ ਲਿਖੀ ਹੋਈ ਹੈ। ਤਾਂ ਇਹਨਾਂ ਨੇ ਲਿਖਿਆ ਵੀ ਇਹ ਸਗੋਂ ਇਹ ਜਪ ਜੀ ਦਾ ਕੋਈ ਹਿੱਸਾ ਨਹੀਂ ਸਗੋਂ ਮੰਗਲਾਚਰਨ ਹੈ। ਅੱਗੇ ਜਾ ਕੇ ਫਿਰ ਲਿਖਦੇ ਨੇ ਕਿ ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਆਇਆ ਵਸਤੂ ਨਿਰਦੇਸ਼ਾਤਮਕ ਮੰਗਲਾਚਰਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੀ ਮੂਲ ਮੰਤਰ ਹੈ। ਅੱਗੇ ਫਿਰ ਉਹਨਾਂ ਨੇ ਜਾ ਕੇ ਉੱਥੇ ਲਿਖਿਆ ਹੈ ਕਿ ਇਹ ਭਾਵੇਂ ਜਪ ਜੀ ਦੇ ਆਰੰਭ ਵਿੱਚ ਆਇਆ ਹੈ ਪਰ ਇਹ ਜਪ ਬਾਣੀ ਦਾ ਅੰਗ ਨਹੀਂ, ਸੁਤੰਤਰ ਭਾਵ ਅਭਿਵਿਅਕਤੀ ਹੈ। ਇਹ ਅਭਿਵਿਅਕਤੀ ਸ਼ਬਦ ਜਿਹੜਾ ਹੈ, ਮੈਂ ਇਸ ਗ੍ਰੰਥ ਨੂੰ ਕੋਈ 5-7 ਸਾਲਾਂ ਤੋਂ ਪੜ੍ਹ ਰਿਹਾ ਤੇ ਮੈਨੂੰ 5-7 ਸਾਲ ਇਸ ਅੱਖਰੀ ਲਫ਼ਜ਼ ਦਾ ਸਮਝ ਨਹੀਂ ਆਇਆ ਕਿ ਅਭਿਵਿਅਕਤੀ ਦਾ ਅਰਥ ਕੀ ਹੁੰਦਾ ਹੈ। ਤਾਂ ਇਹ ਤੁਹਾਡੇ ਨਾਲ ਲੱਗ ਕੇ ਮੈਨੂੰ ਕਈ ਗੱਲਾਂ ਨਵੀਆਂ ਮਿਲੀਆਂ ਨੇ। ਭਾਵ ਅਭਿਵਿਅਕਤੀ ਹੈ। ਜਦੋਂ ਮੈਂ ਇਹ ਪੰਕਤੀ ਪੜ੍ਹੀ ਤੇ ਮੈਨੂੰ ਸਮਝ ਆਇਆ ਵੀ ਅਸਲ 'ਚ ਅਭਿਵਿਅਕਤੀ ਕਿਹਨੂੰ ਕਹਿੰਦੇ ਨੇ। ਇਹਦਾ ਭਾਵ ਹੈ ਜਿਵੇਂ ਕਿਸੇ ਚੀਜ਼ ਨੂੰ ਵਿਅਕਤ ਕਰਨਾ ਨਹੀਂ ਹੁੰਦਾ, ਵਰਣਨ ਕਰਨਾ ਹੁੰਦਾ ਹੈ। ਇਹ ਸੁਤੰਤਰ ਭਾਵ ਅਭਿਵਿਅਕਤੀ ਹੈ। ਭਾਵ ਕਿ ਇਹ ਜਿਹੜੀ ਬਾਣੀ ਹੈ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ, ਇਹਦਾ ਇੱਕ ਆਪਣਾ ਭਾਵ ਅਰਥ ਸੁਤੰਤਰ ਹੈ। ਭਾਵ ਕਿ ਕਿਸੇ ਇੱਕ ਬਾਣੀ ਨਾਲ ਇਹ ਜੁੜਿਆ ਹੋਇਆ, ਜਿਹੜੀ ਇਹ ਬਾਣੀ ਹੈ ਇਹ ਜੁੜੀ ਹੋਈ ਨਹੀਂ ਹੈ। ਤਾਂ ਇਹਨਾਂ ਨੇ ਵੀ ਇਹ ਗੱਲ ਲਿਖੀ ਹੈ। ਔਰ ਅੱਗੇ ਜਾ ਕੇ ਫਿਰ ਲਿਖਦੇ ਨੇ, ਅਸਲ ਵਿੱਚ ਇਸ ਵਿੱਚ 13 ਸ਼ਬਦਾਂ ਅਤੇ ਇੱਕ ਹਿੰਦਸੇ ਵਿੱਚ ਸਿੱਖ ਧਰਮ ਦੇ ਸਿਧਾਂਤਾਂ ਦਾ ਬੀਜ ਰੂਪ ਸਮੋਇਆ ਹੋਇਆ ਹੈ। ਇਹ ਉਹਨਾਂ ਦੇ ਲਫ਼ਜ਼ ਨੇ ਕਿ 13 ਸ਼ਬਦ ਅਤੇ ਇੱਕ ਹਿੰਦਸਾ। ਦਾਸ ਜੀ ਉੱਤੇ ਜਾ ਕੇ ਆ ਮੂਲ ਮੰਤਰ ਨੂੰ ਸਾਹਮਣੇ ਲੈ ਕੇ ਆਵੇਗਾ ਤੇ ਇਹ ਜਿਹੜਾ ਹੈ ਇਹਦੇ 'ਚ ਇੱਕ ਹਿੰਦਸਾ ਹੈ ਜਿਹੜਾ ਓੰਕਾਰ ਤੋਂ ਪਹਿਲਾਂ ਲੱਗਾ ਹੋਇਆ ਹੈ ਤੇ 13 ਸ਼ਬਦ ਨੇ ਉਹਨਾਂ ਦੇ ਅਨੁਸਾਰ, ਜਿਹਦੇ 'ਚ ਬੀਜ ਰੂਪ ਕਹਿੰਦੇ ਨੇ, ਸਮੋਇਆ ਹੋਇਆ ਹੈ। ਤੇ ਇਸ ਤਰ੍ਹਾਂ ਦਾਸ ਨੇ ਸਿਰਫ ਇਹ ਅੱਜ, ਉਂਝ ਤਾਂ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਬਾਰੇ ਲਿਖਿਆ ਹੋਇਆ ਹੈ, ਪਰ 5 ਕੁ ਵੀਰਾਂ ਦੇ ਨਾਮ ਦਾਸ ਨੇ ਇਹਦੇ ਵਿੱਚੋਂ ਲਏ ਨੇ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਹੈ ਇਸ ਕਾਰਜ ਵਿੱਚ। ਤੇ ਇਸ ਤੋਂ ਅੱਗੇ ਦਾਸ ਥੋੜਾ ਜਿਹਾ ਹੋਰ ਅੱਗੇ ਜਾਵੇਗਾ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਖ-ਵੱਖ 4 ਸਰੂਪਾਂ ਵਿੱਚ ਲਿਖੀ ਹੋਈ ਹੈ। 4 ਸਰੂਪਾਂ ਦੇ ਵਿੱਚ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿਉਂਕਿ ਇਹਦੀ ਗਿਣਤੀ ਉੱਤੇ ਮੈਨੂੰ ਵੀ ਥੋੜਾ ਜਿਹਾ ਤੌਖਲਾ ਜਿਹਾ ਸੀ, ਦਿਮਾਗ 'ਚ ਗੱਲ ਕਲੀਅਰ ਨਹੀਂ ਸੀ। ਤਾਂ ਇਹਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਕੁਝ ਸਮਾਂ ਗੁਰੂ ਨੇ ਲਵਾਇਆ ਤੇ ਇਹ ਦਾਸ ਜੋ ਕੁਝ ਇਹ ਗਿਣਤੀ ਬਾਰੇ ਲਿਖ ਰਿਹਾ ਹੈ, ਇਹ ਕੰਪਿਊਟਰ ਦੀ ਸਹਾਇਤਾ ਤੇ ਪੋਥੀ ਦੀ ਮਦਦ ਨਾਲ ਦਾਸ ਨੇ ਇਹ ਆਪ ਉਹਦੇ ਵਿੱਚੋਂ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ, ਇਹ ਕੁੱਲ 523 ਵਾਰ ਗੁਰਬਾਣੀ ਵਿੱਚ ਆਇਆ ਹੈ ਇਹ ਸਰੂਪ। ਤੇ ਆਹ ਗੱਲ ਅੱਜ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਮਿਲੀ ਹੈ, ਜਿਹੜੇ ਅੱਗੇ ਸਟਾਰ ਲਾ ਕੇ ਲਿਖਿਆ ਹੋਇਆ ਹੈ ਇੱਥੇ ਜਿੱਥੇ ਕਰਸਰ ਮੇਰਾ ਘੁੰਮ ਰਿਹਾ ਹੈ, ਆ ਜਿਹੜਾ ਕਿ
ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜਾ ਹੈ 523 ਵਾਰੀ ਅੱਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਬਾਣੀ ਦੇ ਵਿੱਚ ਹੈ, ਪਰ ਕਰਤਾਰਪੁਰੀ ਬੀੜ ਦੇ ਤਤਕਰੇ ਨੂੰ ਅੱਜ ਦਾਸ ਨੇ ਵੇਖਿਆ ਸੀ। ਕਰਤਾਰਪੁਰੀ ਬੀੜ, ਜਿਸ ਨੂੰ ਆਪਾਂ ਗੁਰੂ ਅਰਜਨ ਦੇਵ ਜੀ ਵਾਲਾ ਸਰੂਪ ਕਹਿੰਦੇ ਆ, ਇਸ ਵੇਲੇ ਕਰਤਾਰਪੁਰ ਪਿਆ ਹੋਇਆ, ਉਹਦਾ ਨਾਂ ਹੈ ਕਰਤਾਰਪੁਰੀ ਬੀੜ। ਤਾਂ ਭਾਈ ਜੋਧ ਸਿੰਘ ਜੀ ਨੇ, ਡਾਕਟਰ ਜੋਧ ਸਿੰਘ ਜੀ ਨੇ 1966 ਵਿੱਚ ਇੱਕ ਪੁਸਤਕ ਲਿਖੀ, ਜਿਹੜੀ ਛਪੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ। ਉਹਦਾ ਨਾਂ ਰੱਖਿਆ ਕਰਤਾਰਪੁਰੀ ਬੀੜ ਦੇ ਦਰਸ਼ਨ। ਤਾਂ ਉਹਦੇ ਵਿੱਚ ਉਹਦੇ ਦਰਸ਼ਨ ਕਰਕੇ ਉਹਨਾਂ ਨੇ ਬੜਾ ਕੁਝ ਲਿਖਿਆ ਹੋਇਆ ਕਿ ਉਹਦੇ ਵਿੱਚ ਕੀ ਹੈ। ਤੇ ਮੈਂ ਅੱਜ ਜਦੋਂ ਉਸ ਬੀੜ ਦਾ ਤਤਕਰਾ ਉਹਦੇ ਵਿੱਚ ਲਿਖਿਆ ਹੋਇਆ ਵੇਖਿਆ ਤਾਂ ਇੱਕ ਗੱਲ ਹੈਰਾਨ ਤੁਸੀਂ ਕਹਿ ਲਓ, ਕਿਉਂਕਿ ਮੈਨੂੰ ਪਤਾ ਨਹੀਂ ਇਸ ਗੱਲ ਦਾ। ਉਹਦੇ 'ਚ ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ 21 ਵਾਰ ਲਿਖਿਆ ਹੋਇਆ ਤਤਕਰੇ ਵਿੱਚ। ਮੈਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ। ਤੇ ਮੈਂ ਹੁਣ ਆਪ ਜੀ ਕੋਲ ਆਉਣ ਤੋਂ ਪਹਿਲਾਂ ਗੁਰੂ ਦੀ ਹਜ਼ੂਰੀ ਵਿੱਚ ਗਿਆ, ਤੇ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਮੈਂ ਵੇਖ ਕੇ ਆਇਆ। ਮੈਂ ਕਿਹਾ ਵੀ ਸ਼ਾਇਦ ਉਹਨਾਂ ਵਿੱਚ ਵੀ ਉਸੇ ਤਰ੍ਹਾਂ ਹੀ ਮੂਲ ਮੰਤਰ ਲਿਖਿਆ ਹੋਵੇ, ਪਰ ਮੈਂ ਵੇਖ ਕੇ ਆਇਆ ਉਹਨਾਂ ਵਿੱਚ ਉਸ ਤਰ੍ਹਾਂ ਨਹੀਂ ਆ। ਉਹਨਾਂ 'ਚ ਸਿਰਫ ਇੱਕੋ ਵਾਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜਾ ਇਹਨਾਂ ਬੀੜਾਂ ਵਿੱਚ ਲਿਖਿਆ ਹੋਇਆ। ਪਰ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ, ਉਹਦੇ ਤਤਕਰੇ ਵਿੱਚ, ਉਹਦੇ 'ਚ ਤਤਕਰੇ ਦੋ ਨੇ, ਇੱਕ ਰਾਗਾਂ ਦਾ ਤਤਕਰਾ ਹੈ, ਇੱਕ ਸ਼ਬਦਾਂ ਦਾ ਤਤਕਰਾ ਹੈ। ਜਿਹੜਾ ਰਾਗਾਂ ਦਾ ਤਤਕਰਾ ਹੈ ਉਹਦੇ ਉੱਤੇ ਇਹਨਾਂ ਬੀੜਾਂ ਵਿੱਚ ਵੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਮੂਲ ਮੰਤਰ ਹੈ। ਕਰਤਾਰਪੁਰ ਵਾਲੀ ਬੀੜ ਵਿੱਚ ਵੀ ਪੂਰਾ ਮੂਲ ਮੰਤਰ ਹੈ। ਪਰ ਇਹਨਾਂ ਦੇ ਵਿੱਚ ਜਿੱਥੇ ਸ਼ਬਦਾਂ ਦਾ ਤਤਕਰਾ ਜਿਹੜੇ ਹੋਣ ਵਾਲੇ ਸਰੂਪ ਨੇ, ਇਹਨਾਂ ਵਿੱਚ ਸਿਰਫ ਇੱਕ ਵਾਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੈ। ਪਰ ਕਰਤਾਰਪੁਰੀ ਬੀੜ ਦੇ ਵਿੱਚ ਮੈਂ 21 ਵਾਰੀ ਅੱਜ ਸਵੇਰੇ 2-3 ਵਾਰੀ ਗਿਣ ਕੇ ਤੇ ਵੇਖ ਕੇ ਆਇਆ, ਉਹਦੇ 'ਚ ਇਹ 21 ਵਾਰੀ ਹੈ। ਜਿਹੜੀ ਅਗਲੀ ਗੱਲ ਹੈ ਆਪਾਂ ਐੜੇ ਤੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਰੂਪ ਜਿਹੜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਇਹ ਜਿਹੜਾ ਸਰੂਪ ਹੈ ਇਹ ਸਿਰਫ ਕੁੱਲ 2 ਵਾਰ ਆਇਆ ਹੈ। ਪੰਨਾ 81 ਉੱਤੇ ਤੇ ਪੰਨਾ 544 ਉੱਤੇ। ਨੰਬਰ 3 ਤੇ ਮੂਲ ਮੰਤਰ ਦਾ ਇਹ ਜਿਹੜਾ ਤੀਸਰਾ ਸਰੂਪ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਕੁੱਲ 9 ਵਾਰ ਆਇਆ ਹੈ। ਤੇ ਦਾਸ ਨੇ ਇਹ ਦੇਖਿਆ ਸੀ, ਆਪਣਾ ਗਿਆਨੀ ਠਾਕੁਰ ਸਿੰਘ ਜੀ ਜਿਹੜੇ ਆਪਣੇ ਦਮਦਮੀ ਟਕਸਾਲ ਦੇ ਮੁਖੀ, ਜਿਹੜੇ ਇਸ ਵੇਲੇ ਚੜ੍ਹਾਈ ਕਰ ਚੁੱਕੇ ਨੇ, ਉਹਨਾਂ ਦਾ ਲਿਖਿਆ ਹੋਇਆ ਟਰੈਕਟ, ਉਹਦੇ ਵਿੱਚ ਵੀ ਇਹ ਦੋਵੇਂ ਚੀਜ਼ਾਂ ਮਿਲਦੀਆਂ ਨੇ। ਕੁੱਲ 2 ਵਾਰ ਨੰਬਰ 2 ਵਾਲਾ ਸਰੂਪ, ਤੇ ਉਹ ਇੱਕ ਵਾਲੀ ਗੱਲ ਵੀ ਮਿਲਦੀ ਹੈ, 2 ਵਾਲੀ 3 ਵਾਲੀ ਵੀ ਉਹਨਾਂ ਲਿਖਿਆ ਹੋਇਆ ਵੀ ਇਹ ਕੁੱਲ 9 ਵਾਰ ਹੈ। ਪਰ ਉਹਦੇ ਵਿੱਚ ਕੀ ਲਿਖਿਆ ਕਿ ਥੱਲੇ ਜਦੋਂ ਮੈਂ ਪੰਨੇ ਵੇਖੇ ਤਾਂ ਇੱਥੇ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਥਾਂ ਤੇ ਪੰਨਾ ਛੱਡਿਆ ਹੋਇਆ ਵੀ ਪੰਨਾ ਕਿਹੜਾ ਹੈ। ਤੇ ਫਿਰ ਮੈਨੂੰ ਪੋਥੀ ਦੀ ਮਦਦ ਨਾਲ ਸਾਰੇ ਠੀਕ ਕਰਨੇ ਪਏ। ਤੇ ਉਹਨਾਂ ਦੇ ਪਿਛਲੇ ਇਹਦੇ 'ਚ ਵੀ ਇੱਕ ਪ੍ਰਿੰਟਿੰਗ ਵਿੱਚ ਮਿਸਟੇਕ ਹੈ, ਜਿਵੇਂ ਆ ਇੱਥੇ 8 ਲਿਖਿਆ ਨਾ 855, ਉਹਨਾਂ ਦੇ ਇੱਥੇ 455 ਲਿਖਿਆ ਹੋਇਆ ਹੈ। ਤਾਂ ਇਹ ਜਿਹੜਾ ਸਰੂਪ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਕੁੱਲ 9 ਵਾਰੀ ਆਇਆ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 137, 220, 235, 242, 243, 323, 340, 345 ਅਤੇ ਪੰਨਾ 855 ਉੱਤੇ ਆਇਆ ਹੈ। ਉਸ ਤੋਂ ਬਾਅਦ ਜਿਹੜਾ ਆਹ ਸਰੂਪ ਹੈ, ਜਿਹਨੂੰ ਅਸੀਂ ਪੂਰਾ ਸਰੂਪ ਕਹਿੰਦੇ ਆ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 33 ਵਾਰੀ ਆਇਆ ਹੈ। ਤੇ ਇੱਕ ਵਾਰ ਇਹ ਤਤਕਰੇ ਦੇ ਉੱਤੇ ਵੀ ਆਇਆ, ਉਹ 33 ਦੇ ਵਿੱਚ ਜੋੜਿਆ ਹੋਇਆ ਨਹੀਂ ਹੈ। ਕਿਉਂਕਿ ਤਤਕਰੇ ਵਿੱਚ ਮੈਂ ਪਹਿਲਾਂ ਸਾਰੇ ਜੋੜਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਮੈਂ ਵੇਖਿਆ ਕਿ ਕਰਤਾਰਪੁਰੀ ਬੀੜ ਵਿੱਚ ਜਿਹੜਾ ਹੈ ਤਤਕਰੇ ਵਿੱਚ 21 ਵਾਰੀ ਆਇਆ ਹੈ। ਤੇ ਫਿਰ ਮੈਂ ਉਹ ਜਿਹੜੇ ਤਤਕਰੇ ਵਾਲੇ ਸੀ ਉਹ ਪਾਸੇ ਰਹਿਣ ਦਿੱਤੇ, ਗਿਣਤੀ ਜਿਹੜੀ ਹੈ। ਤੇ ਜੋ ਗੁਰਬਾਣੀ ਦੇ ਵਿੱਚ ਹੈ ਉਹਦੇ 'ਚ 33 ਵਾਰੀ ਆਇਆ ਹੈ। ਔਰ 33 ਵਾਰੀ ਕਿੱਥੇ ਕਿੱਥੇ ਆਇਆ ਹੈ, ਦਾਸ ਨੇ ਆ ਛੋਟੇ ਅੱਖਰਾਂ ਦੇ ਵਿੱਚ ਇਹਦੇ ਵਿੱਚ ਲਿਖ ਦਿੱਤਾ ਹੈ ਕਿ ਆ ਤੁਸੀਂ ਕੋਈ ਪ੍ਰਿੰਟ ਕਰ ਲਿਓ ਜੇ, ਤੇ ਇਹਨੂੰ ਸੰਭਾਲ ਲੈਣਾ ਕਿ ਜਪ ਬਾਣੀ ਦੇ ਉੱਤੇ ਹੈ 94 ਅੰਕ ਤੇ ਰਾਗ ਮਾਝ ਵਿੱਚ
151 अंक राग गौड़ी, 347 राग आसा दे उत्ते, 442 आसा की वार, 475 भगतां दी बाणी विच, 499 राग गुजरी विच, 527 जिथे देव गंधारी राग है, 537 राग बिहागड़ा, 557 राग वडहंस, 595 अंक ते राग सोरठ, 660 राग धनासरी, 711 राग टोडी, 721 राग तिलंग, 728 राग सूही, 795 राग बिलावल, 859 राग गोंड, 876 अंक ते है राग रामकली, 975 राग नट, 984 राग माली गौड़ा, 999 1 कट 90 राग मारू, 1125 राग भैरों, 1168 राग बसंत, 1197 राग सारग, उत्थे सारग लिखिया होया तां दास ने सारग ही लिखिया, 1254 राग मलार, 1294 राग कानड़ा, 1319 राग कल्याण, 1327 राग प्रभाती, 1352 राग जैजावंती, ते जिथे सहस्कृति है 1353 ते उत्थे भी ये पूरा जिहड़ा है ये लिखिया होया है। ते ये अंक दे जिहड़े नंबर ने दास ने इत्थे लिखे हुए ने, ये शब्दार्थ वाली पोथी विचों लए हुए ने। तां इस तरह ਇਹਦੇ 'ਚ ਇਹ ਵੀ ਦਾਸ ਨੇ ਦੇਖਿਆ ਸੀ ਕਿ ਮੇਰੇ ਖਿਆਲ 'ਚ 31 ਵਿੱਚੋਂ ਕੁੱਲ 26 ਰਾਗਾਂ ਉੱਤੇ ਇਹ ਸਰੂਪ ਹੈ ਤੇ ਬਾਕੀ ਜਿਹੜੇ 5 ਰਾਗ ਨੇ ਉਹਨਾਂ ਉੱਤੇ ਸੰਖੇਪ, ਜਿਵੇਂ ਸ੍ਰੀ ਰਾਗ ਉੱਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਤੇ ਉਹਨਾਂ ਉੱਤੇ ਹੈ। ਤਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਿਨਾਂ ਤਤਕਰੇ ਤੋਂ ਇਸ ਬਾਣੀ ਦੀ ਕੁੱਲ ਗਿਣਤੀ ਜਿਹੜੀ ਹੈ 567 तक है। ਤੇ ਅੱਗੇ ਜਿਹੜਾ ਹੈ ਇਸ ਤੋਂ ਬਾਅਦ ਜਪ ਸ਼ੁਰੂ ਹੁੰਦਾ ਹੈ ਤੇ ਜਿਹੜਾ ਜਪ ਹੈ ਇਹ ਬਾਣੀ ਦਾ ਨਾਮ ਹੈ ਤੇ ਮੂਲ ਮੰਤਰ ਜਿਹੜਾ ਉਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਤੇ ਦਾਸ ਬੇਨਤੀ ਕਰੇਗਾ ਸਮੂਹ ਵੀਰਾਂ ਨੂੰ ਕਿ ਆਪਾਂ ਦੇਖੋ ਵਿਚਾਰ ਕਰਨੀ ਆਪਸ ਵਿੱਚ ਭੈਣ ਭਰਾਵਾਂ ਵਾਂਗੂ ਬਣੀ ਹੋਈ ਹੈ ਤੇ ਦਾਸ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਛ ਜੋ ਪਹਿਲਾਂ ਸੋਚਿਆ ਸੀ ਤੇ ਬਾਅਦ ਵਿੱਚ ਉਸ ਨੂੰ ਬਹੁਤ ਕੁਝ ਨੂੰ ਬਦਲਣਾ ਪਿਆ, ਉਚਾਰਨ ਦੇ ਸੰਬੰਧੀ ਬੜਾ ਕੁਝ ਬਦਲਣਾ ਪਿਆ ਜਦੋਂ ਸਮਝ ਆਈ। ਤਾਂ ਇਸ ਤਰ੍ਹਾਂ ਸਾਨੂੰ ਮੈਂ ਕਹਾਂਗਾ ਕਿ ਜਿੱਦ ਨਹੀਂ ਕਰਨੀ ਚਾਹੀਦੀ ਕਿ ਆਪਾਂ ਇੰਨੇ ਵਿਦਵਾਨਾਂ ਦੀ ਏਡੀ ਵੱਡੀ ਖੋਜ ਨੂੰ ਸਾਰੀ ਨੂੰ ਪਾਸੇ ਰੱਖ ਕੇ ਤੇ ਆਪਾਂ ਆਪਣੀ ਇੱਕ ਗੱਲ ਨੂੰ ਪੂਰਾ ਕਰਨ ਵਾਸਤੇ ਇੱਕ ਬਿਨਾਂ ਕਾਰਨ ਤੋਂ ਦੁਬਦਾ ਜੀ ਬਣਾਏ ਰੱਖੀਏ। ਦਾਸ ਨੂੰ ਜਿੰਨਾ ਕੋ ਆਇਆ ਉਹ ਆਪ ਜੀ ਦੇ ਸਾਹਮਣੇ ਹੈ ਤੇ ਦਾਸ ਇੱਥੇ ਫਤਿਹ ਬੁਲਾਉਣ ਲੱਗਿਆ ਕਿਉਂਕਿ ਸਮਾਂ ਬਹੁਤ ਹੋ ਗਿਆ। ਅਜੇ ਵਿਚਾਰ ਜਿਹੜੀ ਹੈ ਇਸ ਤੋਂ ਅਗਲੀ ਵਿਚਾਰ ਜਿਹੜੀ ਹੈ ਉਹ ਹੁਣ ਮੂਲ ਮੰਤਰ ਨਾਲ ਸੰਬੰਧਿਤ ਨਹੀਂ ਹੋਵੇਗੀ, ਉਹ ਜਪ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਦਾਸ ਇੱਥੇ ਫਤਿਹ ਬੁਲਾਉਂਦਾ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।